ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ। ਅੱਜ ਮੈਂ ਤੁਹਾਡੇ ਨਾਲ ਮਹਿੰਦਰ ਸਿੰਘ ਤਤਲਾ ਹੁਣਾਂ ਦੀ ਕਹਾਣੀ ਮੌਤ ਦੇ ਸਾਏ ਹੇਠ ਸਾਂਝੀ ਕਰਨ ਜਾ ਰਹੀ ਹਾਂ। ਮੈਂ ਮੰਜੇ ਨਾਲ ਮੰਜਾ ਹੋਈ ਪਈ ਹਾਂ। ਕੁਝ ਕੁ ਮਹੀਨੇ ਹੋ ਗਏ ਆ। ਮਾਂ ਬਿਮਾਰ ਹੋ ਗਈ ਸੀ। ਉਸ ਦਾ ਗੋਰਾ ਨਿਸ਼ੋ ਰੰਗ ਕਾਲਾ ਪੈਣ ਲੱਗ ਪਿਆ। ਸਿਰ ਦੇ ਵਾਲ ਝੜਨ ਲੱਗ ਪਏ। ਕਦੇ ਉਸ ਦੇ ਪੇਟ ਵਿੱਚ ਦਰਦ ਸ਼ੁਰੂ ਹੋ ਜਾਂਦਾ, ਕਦੇ ਉਹ ਆਖਦੀ ਕਿ ਉਸ ਦੀ ਛਾਤੀ ਵਿੱਚ ਦਰਦ ਹੁੰਦਾ ਹੈ। ਕਈਆਂ ਡਾਕਟਰਾਂ ਨੂੰ ਦਿਖਾਇਆ ਪਰ ਕੋਈ ਆਰਾਮ ਨਾ ਆਇਆ। ਤਕਲੀਫ ਦਿਨੋਂ ਦਿਨ ਵੱਧਦੀ ਹੀ ਗਈ। ਉਸ ਨੂੰ ਉਲਟੀਆਂ ਟੱਟੀਆਂ ਲੱਗਣ ਤੋਂ ਬਾਅਦ ਪੀਲੀਆ ਹੋ ਗਿਆ। ਦੇਸੀ ਦਵਾਈ ਵੀ ਲਈ ਪਰ ਪੀਲੀਏ ਨੂੰ ਆਰਾਮ ਨਾ ਆਇਆ। ਫਿਰ ਇੱਕ ਦਿਨ ਹਸਪਤਾਲ ਭਰਤੀ ਕਰਵਾ ਦਿੱਤਾ। ਕੁਝ ਕੁ ਆਰਾਮ ਹੋ ਜਾਣ ਤੋਂ ਬਾਅਦ ਘਰ ਲੈ ਆਏ, ਪਰ ਉਸ ਦੀ ਸਿਹਤ ਤਾਂ ਦਿਨੋਂ ਦਿਨ ਨਿੱਘਰਦੀ ਹੀ ਗਈ। ਫਿਰ ਟੈਸਟ ਕਰਵਾਏ। ਡਾਕਟਰਾਂ ਨੇ ਕਹਿ ਦਿੱਤਾ ਕਿ ਇਸ ਨੂੰ ਟੀਬੀ ਹੈ। ਬਥੇਰਾ ਇਲਾਜ ਕਰਵਾਇਆ ਪਰ ਬਿਲਕੁਲ ਹੀ ਆਰਾਮ ਨਾ ਆਇਆ। ਇੱਕ ਦਿਨ ਅਖੀਰ ਡਾਕਟਰ ਨੇ ਆਖ ਹੀ ਦਿੱਤਾ ਕਿ ਇਸ ਨੂੰ ਘਰ ਲਿਜਾ ਕੇ ਸੇਵਾ ਕਰ ਲਓ। ਇਸ ਨੂੰ ਤਾਂ ਹੁਣ ਦਵਾ ਨਾਲੋਂ ਦੁਆ ਦੀ ਜ਼ਰੂਰਤ ਹੈ। ਮੈਂ ਵੇਲੇ ਸਿਰ ਸੰਭਾਲ ਕਰਦੀ ਰਹਿੰਦੀ। ਮਾਂ ਹੋਣ ਕਾਰਨ ਤੇ ਜਿਹਾ ਆ ਜਾਂਦਾ, ਪਰ ਉਹ ਮਾਂ ਨਹੀਂ, ਡੈਣ ਸੀ ਡੈਣ। ਉਸ ਨੇ ਦੁੱਖ ਬਥੇਰਾ ਝੱਲਿਆ। ਕਦੇ ਮੇਰੇ ਮੂਹਰੇ ਹੱਥ ਬੰਨ੍ਹ ਲੈਂਦੀ, ਧੀਏ ਮੈਨੂੰ ਮਾਫ਼ ਕਰ ਦਈ, ਮੈਂ ਗੁਨਾਹਗਾਰ ਹਾਂ। ਹੁਣ ਤਾਂ ਰੱਬ ਅੱਗੇ ਅਰਜ਼ੋਈ ਕਰਦੀ ਹਾਂ, ਰੱਬ ਮੈਨੂੰ ਚੁੱਕ ਹੀ ਲਵੇ। ਮੇਰਾ ਮੂੰਹ ਨਫ਼ਰਤ ਨਾਲ ਗੁਸੈਲਾ ਹੋ ਜਾਂਦਾ। ਸੋਚਦੀ ਅਜਿਹੀਆਂ ਮਾਵਾਂ ਤਾਂ ਜ਼ਾਲਮ ਹੁੰਦੀਆਂ ਨੇ, ਉਹਨਾਂ ਨੂੰ ਅਗਲੇ ਜਨਮ ਵਿੱਚ ਵੀ ਢੋਈ ਨਹੀਂ ਮਿਲਦੀ, ਪ੍ਰੇਤਾਂ ਬਣਦੀਆਂ ਨੇ। ਫਿਰ ਕਦੇ ਕਦੇ ਉਹ ਬੁੜ-ਬੁੜ ਕਰਦੀ ਆਖਦੀ, ਧੀਏ ਤੂੰ ਤਾਂ ਮੱਥੇ ਵੱਟ ਪਾਈ ਫਿਰਦੀ ਏਂ। ਹੇ ਰੱਬ ਮੇਰਿਆ, ਜੇ ਮੈਨੂੰ ਪਤਾ ਹੁੰਦਾ। ਫਿਰ ਆਪ ਹੀ ਸਿਸਕੀਆਂ ਭਰਨ ਲੱਗ ਜਾਂਦੀ। ਕਦੇ ਕਦੇ ਮੈਨੂੰ ਪੁੱਛਦੀ, ਸੁਖਦੀਪ ਮੈਂ ਠੀਕ ਕਿਉਂ ਨਹੀਂ ਹੁੰਦੀ? ਮੈਥੋਂ ਆਖਿਆ ਜਾਂਦਾ, ਮਾਂ ਹੁਣ ਤੂੰ ਠੀਕ ਨਹੀਂ ਹੋ ਸਕਦੀ। ਤੂੰ ਆਪਦੇ ਪਾਪਾਂ ਦਾ ਪਸ਼ਚਾਤਾਪ ਕਰ। ਹੌਲੀ ਹੌਲੀ ਉਹ ਹੱਡੀਆਂ ਦੀ ਮੁੱਠ ਬਣਦੀ ਗਈ। ਖਾਣਾ ਪੀਣਾ ਛੱਡ ਦਿੱਤਾ। ਫਿਰ ਇਸ ਜਹਾਨ ਤੋਂ ਕੂਚ ਕਰ ਗਈ। ਆਪ ਤਾਂ ਮਰ ਗਈ, ਮੈਨੂੰ ਨਰਕ ਵਿੱਚ ਸੁੱਟ ਗਈ। ਮੈਨੂੰ ਪਤਾ ਜਿਉਂਦੀ ਮੈਂ ਵੀ ਨਹੀਂ। ਵਿਚਾਰੀ ਭੋਲੀ ਆ ਜਾਂਦੀ ਆ, ਮੇਰੀ ਭੈਣਾਂ ਵਰਗੀ ਸਹੇਲੀ। ਉਹ ਹੀ ਓਹੜ ਪੋੜ ਕਰਦੀ ਆ। ਕਦੇ ਚਮਚੇ ਵਿੱਚ ਪਾ ਕੇ ਦਵਾਈ ਦਿੰਦੀ ਆ, ਕਦੇ ਦਲੀਆ ਜਾਂ ਖਿਚੜੀ ਖਵਾਉਂਦੀ ਆ। ਮੈਂ ਆਖਦੀ ਹਾਂ, ਭੋਲੀ ਮੈਨੂੰ ਭੁੱਖ ਨਹੀਂ, ਪਰ ਫਿਰ ਵੀ ਮੱਲੋ ਮੱਲੀ ਖਵਾਈ ਜਾਂਦੀ ਆ। ਕਦੇ ਕਹਿੰਦੀ ਆ, ਸੁੱਖੀ ਤੂੰ ਜਲਦੀ ਠੀਕ ਹੋ ਜਾ, ਆਪਾਂ ਕੁੱਲੂ ਮਨਾਲੀ ਅਤੇ ਸ਼ਿਮਲੇ ਘੁੰਮਣ ਚੱਲਾਂਗੀਆਂ। ਉਦੋਂ ਮੈਨੂੰ ਇਉਂ ਲੱਗਦਾ ਜਿਵੇਂ ਜ਼ਿੰਦਗੀ ਜਿਉਣ ਲਈ ਹੀ ਨਹੀਂ, ਬੜਾ ਸਿਰਜਣਾਤਮਕ ਕੰਮ ਨੇਪਰੇ ਚਾੜ੍ਹਨ ਲਈ ਹੁੰਦੀ ਆ। ਕਾਸ਼ ਮੈਂ ਜਿਉਂ ਸਕਦੀ, ਕਲਾਕਾਰ ਬਣਦੀ, ਸੋਹਣਾ ਘਰ ਵਸਾਉਂਦੀ। ਘਰ ਵਿੱਚ ਸਲੀਕੇ ਅਤੇ ਸੁਚੱਜੇ ਢੰਗ ਨਾਲ ਘਰੇਲੂ ਵਸਤਾਂ ਦਾ ਟਿਕਾਉਣਾ ਵੀ ਤਾਂ ਕਲਾ ਹੀ ਹੁੰਦੀ ਆ। ਇਹ ਕਿਹੜੇ ਔਖੇ ਕੰਮ ਨੇ? ਇਹ ਤਾਂ ਉਮਰ ਹੀ ਉਹ ਹੁੰਦੀ ਆ ਜਦ ਪਾਉਣ ਵੀ ਛੂਹ ਕੇ ਲੰਘੇ ਤਾਂ ਸਰੀਰ 'ਚ ਕੰਬਣੀ ਛਿੜ ਪੈਂਦੀ ਆ। ਪਰ ਹੁਣ ਤਾਂ ਰੇਤ ਵਾਂਗ ਸਭ ਕੁਝ ਕਿਰ ਗਿਆ ਹੈ। ਸਮਾਂ ਆਪਣੀ ਤੋਰ ਤੁਰ ਰਿਹਾ ਹੈ। ਮੈਨੂੰ ਇਉਂ ਲੱਗਦਾ ਜਿਵੇਂ ਵਕਤ ਲੰਘ ਨਾ ਰਿਹਾ ਹੋਵੇ, ਸਗੋਂ ਧੱਕੇ ਮਾਰ ਕੇ ਗੁਜ਼ਾਰ ਰਹੀ ਹੋਵਾਂ। ਇੱਕ ਦਿਨ ਆ ਕੇ ਭੋਲੀ ਆਖਦੀ ਹੈ, ਸੁਖੀਏ ਕਲਯੁਗ ਆ ਗਿਆ, ਘੋਰ ਕਲਯੁਗ। ਆਪਣੇ ਸ਼ਹਿਰੋਂ 4 ਨਿਆਣੇ ਛੱਡ ਕੇ ਇੱਕ ਜਨਾਨੀ ਪ੍ਰੇਮੀ ਨਾਲ ਫਰਾਰ ਹੋ ਗਈ। ਸੋਚਨੀ ਆ ਇਹ ਕਿਹੜੀ ਨਵੀਂ ਗੱਲ ਆ। ਕਲਯੁਗ ਤਾਂ ਉਦੋਂ ਵੀ ਸੀ। ਫਰਵਰੀ ਦਾ ਸ਼ੁਰੂ ਸੀ। ਉਦੋਂ ਮੈਂ +2 ਵਿੱਚ ਪੜ੍ਹਦੀ ਸਾਂ। ਪਾਪਾ ਜੀ ਦੀ ਪ੍ਰਮੋਸ਼ਨ ਹੋਈ ਸੀ, ਪਰ ਉਸ ਤੋਂ ਪਹਿਲਾਂ ਉਹਨਾਂ ਨੂੰ ਇੱਕ ਵਿਭਾਗੀ ਟ੍ਰੇਨਿੰਗ ਦੇ ਸਿਲਸਿਲੇ ਵਿੱਚ ਦਿੱਲੀ ਜਾਣਾ ਪੈਣਾ ਸੀ। ਉਹ 2 ਕੁ ਮਹੀਨੇ ਦੀ ਟ੍ਰੇਨਿੰਗ ਲਈ ਉੱਥੇ ਚਲੇ ਗਏ। ਘਰ ਵਿੱਚ ਮੈਂ ਤੇ ਮੇਰੀ ਮਾਂ ਹੀ ਸਾਂ। 10 ਕੁ ਦਿਨ ਬੀਤੇ ਹੋਣਗੇ। ਸਾਡੇ ਘਰ ਇੱਕ ਅਜਨਬੀ ਆਦਮੀ ਆਇਆ। ਉਸ ਦੀ ਦਾੜ੍ਹੀ ਕਾਲੀ ਅਤੇ ਕੱਟੀ ਹੋਈ, ਕੁੰਡੀਆਂ ਮੁੱਛਾਂ, ਕਮੀਜ਼ ਪਜਾਮਾ, ਪੈਰਾਂ ਵਿੱਚ ਲੱਕੀ ਵੱਢਵੀਂ ਨੋਕਦਾਰ ਜੁੱਤੀ ਪਾਈ ਹੋਈ। ਮੈਂ ਪਹਿਲਾਂ ਉਸ ਨੂੰ ਕਦੇ ਨਹੀਂ ਸੀ ਦੇਖਿਆ। ਉਸ ਦੇ ਹੱਥ ਵਿੱਚ ਪਲਾਸਟਿਕ ਦਾ ਲਿਫਾਫਾ ਸੀ। ਮੇਰਾ ਸਿਰ ਪਲੋਸ ਕੇ ਮੰਮੀ ਨੂੰ ਕਹਿਣ ਲੱਗਾ, ਬੀਬੋ ਤਕੜੀ ਏਂ? ਹਾਂ ਵੀਰੇ, ਤੂੰ ਤਾਂ ਠੀਕ ਠਾਕ ਏਂ। ਹੋਰ ਭਾਬੀ ਅਤੇ ਬੱਚੇ ਰਾਜੀ ਖੁਸ਼ੀ ਨੇ? ਜਿਵੇਂ ਮੇਰੀ ਮਾਂ ਨੂੰ ਚਾਹ ਚੜ੍ਹ ਗਿਆ ਹੋਵੇ। ਮੈਂ ਚਾਹ ਬਣਾਉਣ ਲਈ ਰਸੋਈ ਵਿੱਚ ਚਲੇ ਗਈ। ਉਹ ਬੈਠਕ ਵਿੱਚ ਜਾ ਕੇ ਗੱਲਾਂ ਕਰਦੇ ਰਹੇ। ਜਦ ਮੈਂ ਟਰੇ ਵਿੱਚ ਚਾਹ ਰੱਖ ਕੇ ਉਹਨਾਂ ਪਾਸ ਪਹੁੰਚੀ ਤਾਂ ਕਹਿਣ ਲੱਗਾ, ਬੀਬੋ
ਕੁੜੀ ਤਾਂ ਅਮਰ ਵੇਲ ਵਾਂਗ ਵੱਧਦੀ ਹੀ ਜਾਂਦੀ ਆ। ਜਮਾ ਮੜੰਗਾ ਤੇਰੇ 'ਤੇ ਆ, ਮਿਰਗ ਵਰਗੀਆਂ ਅੱਖਾਂ। ਐਵੇਂ ਨਾ ਕਿਤੇ ਧੱਕਾ ਦੇ ਦੇਈਂ, ਕਨੇਡਾ ਵਾਲੇ ਮੁੰਡੇ ਨਾਲ ਵਿਆਹਾਂਗੇ। ਉਸ ਦੇ ਜਾਣ ਤੋਂ ਬਾਅਦ ਮੈਂ ਮੰਮੀ ਨੂੰ ਪੁੱਛਦੀ ਹਾਂ, ਇਹ ਕੌਣ ਸੀ? ਕੁੜੇ, ਇਹ ਤੇਰਾ ਮਾਮਾ ਸੀ, ਮੇਰੀ ਭੂਆ ਦਾ ਪੁੱਤ। ਇਹਨਾਂ ਦੇ ਟਰੱਕ ਚੱਲਦੇ ਨੇ ਗੁਜਰਾਤ ਵਿੱਚ। ਤੂੰ ਤਾਂ ਉਦੋਂ ਭੋਰਾ ਭਰ ਸੀ ਜਦ ਇਹ ਅੱਗੇ ਆਇਆ ਸੀ। ਹੁਣ ਟਰੱਕ 'ਤੇ ਪਿਆਜ਼ ਭਰ ਕੇ ਲਿਆਂਦੇ ਸਨ। ਗੱਡੀ ਖਰਾਬ ਹੋ ਗਈ, ਇੱਥੇ ਕਿਸੇ ਵਰਕਸ਼ਾਪ ਵਿੱਚ ਖੁਲਵਾਈ ਹੋਈ ਆ। ਕਹਿੰਦਾ ਸੀ ਕਿ 4-5 ਦਿਨ ਤੁਹਾਡੇ ਪਾਸ ਰਵਾਂਗਾ, ਜਦ ਤੱਕ ਗੱਡੀ ਠੀਕ ਹੋ ਜੂ। ਮੈਂ ਸੁਣ ਕੇ ਚੁੱਪ ਹੋ ਗਈ। ਸੋਚਿਆ, ਅਕਸਰ ਨੂੰ ਮਾਂ ਦਾ ਭਾਈ ਹੈ ਮੇਰਾ ਮਾਮਾ। ਉਸ ਰਾਤ ਉਹ ਫਿਰ ਆਇਆ। ਉਸ ਦੇ ਕੁਝ ਸਮਾਨ ਮੰਮੀ ਨੂੰ ਫੜਾ ਦਿੱਤਾ। ਉਸ ਕੋਲੋਂ ਹਵਾੜ ਆ ਰਹੀ ਸੀ। ਮੰਮੀ ਰੋਟੀ ਫੜਾਉਣ ਗਈ। ਉੱਥੇ ਹੀ ਬਹਿ ਕੇ ਕਾਫੀ ਸਮਾਂ ਗੱਲਾਂ ਕਰਦੀ ਰਹੀ। ਸਵੇਰੇ ਜਦ ਮੰਮੀ ਨੇ ਮੈਨੂੰ ਉਠਾਇਆ, 7:30 ਵੱਜ ਚੁੱਕੇ ਸਨ। ਅੱਗੇ ਮੈਂ 5 ਵਜੇ ਉੱਠ ਖੜਦੀ ਸੀ। ਉਹ 3 ਰਾਤਾਂ ਸਾਡੇ ਘਰ ਸੁੱਤਾ। ਮੈਨੂੰ ਤਿੰਨੇ ਰਾਤ ਨੀਂਦ ਵੱਧ ਆਈ। ਰੋਜ਼ ਵਾਂਗ ਚੌਥੀ ਰਾਤ ਜਦ ਮੈਂ ਪੜ੍ਹਨ ਬੈਠ ਗਈ, ਮੰਮੀ ਨੇ ਦੁੱਧ ਦਾ ਭਰਿਆ ਗਿਲਾਸ ਮੇਜ਼ 'ਤੇ ਰੱਖ ਦਿੱਤਾ। ਮੈਂ ਕਿਤਾਬਾਂ ਦੇ ਢੇਰ ਵਿੱਚੋਂ ਇੱਕ ਕਿਤਾਬ ਲੱਭਣ ਲੱਗੀ ਨੇ ਦੁੱਧ ਸਿਰਹਾਣੇ ਵੱਲ ਥੱਲੇ ਫਰਸ਼ 'ਤੇ ਰੱਖ ਦਿੱਤਾ। ਮੰਮੀ ਤਾਂ ਪੈਣ ਸਾਰ ਕੁਰਾੜੇ ਮਾਰਨ ਲੱਗ ਪਈ। ਕੁਝ ਸਮੇਂ ਬਾਅਦ ਬਿੱਲੀ ਨੇ ਸਾਰਾ ਦੁੱਧ ਡੋਲ ਦਿੱਤਾ। ਮੈਂ ਹੌਲੀ ਕੁ ਦੇਣੇ ਉੱਠੀ ਅਤੇ ਪੋਚਾ ਫੇਰ ਕੇ ਫਰਸ਼ ਸਾਫ਼ ਕਰ ਦਿੱਤਾ। ਅੱਗੇ ਪੈਣ ਸਾਰ ਹੀ ਅੱਖ ਲੱਗ ਜਾਂਦੀ ਸੀ, ਪਰ ਉਸ ਰਾਤ ਨੀਂਦ ਜਿਵੇਂ ਪਰ ਲਾ ਕੇ ਉੱਡ ਗਈ ਹੋਵੇ। ਉਸਲਵੱਟੇ ਲਈ ਜਾਵਾਂ, ਪਰ ਨੀਂਦ ਕਿੱਥੇ। ਮੈਂ ਰਿਲੈਕਸ ਹੋ ਕੇ ਪੈ ਗਈ, ਪਰ ਨੀਂਦ ਬਿਲਕੁਲ ਨਾ ਆਈ। ਕੁਝ ਸਮਾਂ ਹੀ ਬੀਤਿਆ ਹੋਵੇਗਾ, ਮੈਨੂੰ ਮੰਮੀ ਦੇ ਉੱਠਣ ਦਾ ਝੌਲਾ ਜਿਹਾ ਪਿਆ। ਮੈਂ ਸੋਚਿਆ ਬਾਥਰੂਮ ਗਈ ਹੋਵੇਗੀ। ਜਦ ਉਹ ਕਾਫੀ ਸਮਾਂ ਨਾ ਮੁੜੀ ਤਾਂ ਮੈਂ ਬਾਹਰ ਨਿਕਲੀ। ਮੈਨੂੰ ਬੈਠਕ ਅੰਦਰ ਘੁਸਰ-ਮੁਸਰ ਦੀ ਆਵਾਜ਼ ਸੁਣਾਈ ਦਿੱਤੀ। ਹਾਏ, ਮੇਰੀਆਂ ਤਾਂ ਅੱਖਾਂ ਅੱਗੇ ਹਨੇਰਾ ਹੀ ਆ ਗਿਆ। ਡਿੱਗਣੋਂ ਮਸਾਂ ਬਚੀ। ਆਉਣ ਸਾਰ ਚੌਫਾਲ ਮੰਜੇ 'ਤੇ ਡਿੱਗ ਪਈ। ਜੇਰਾ ਜਿਹਾ ਕਰਕੇ 2 ਗਲਾਸ ਪਾਣੀ ਦੇ ਪੀਤੇ। ਮੈਂ ਤਾਂ ਬਹੁਤ ਡਰ ਗਈ। ਤੜਕੇ ਤੱਕ ਮੈਨੂੰ ਨੀਂਦ ਨਾ ਆਈ। ਗੁਰਦੁਆਰੇ ਵਾਲਾ ਭਾਈ ਬੋਲਿਆ। ਉਸ ਤੋਂ ਬਾਅਦ ਪਤਾ ਨਹੀਂ ਮੈਨੂੰ ਕਦ ਨੀਂਦ ਆ ਗਈ। ਰਾਤ ਦੀ ਉਬਲੀ ਪਈ ਸਾਂ। ਦਿਨ ਚੜ੍ਹੇ ਅੱਖ ਖੁੱਲ੍ਹੀ, ਪਰ ਉੱਠਣ ਨੂੰ ਜੀਅ ਨਾ ਕੀਤਾ। ਮੈਂ ਕੰਬਲ ਲੈ ਕੇ ਫਿਰ ਪੈ ਗਈ। ਅਚਾਨਕ ਮੈਨੂੰ ਇਉਂ ਲੱਗਾ ਜਿਵੇਂ ਮੈਨੂੰ ਕਿਸੇ ਨੇ ਜਕੜ ਲਿਆ ਹੋਵੇ। ਮੈਂ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ, ਪਰ ਉਸ ਨੇ ਜਕੜ ਬਣਾਈ ਰੱਖੀ। ਜਕੜ ਵਿੱਚ ਮੈਨੂੰ ਬੁਰੀ ਤਰ੍ਹਾਂ ਨਪੀੜ ਲਿਆ। ਮੈਂ ਬਥੇਰੀਆਂ ਰਜੋਈਆਂ ਕੀਤੀਆਂ, ਤਰਲੇ ਕੀਤੇ, ਲੇਲੜੀਆਂ ਕੱਢੀਆਂ, ਪਰ ਉਹ ਟਸ ਤੋਂ ਮਸ ਨਾ ਹੋਇਆ। ਮੇਰੇ ਚਾਰੇ ਪਾਸੇ ਸ਼ਰਾਬ ਦੀ ਬਦਬੂ ਫੈਲੀ ਹੋਈ ਸੀ। ਮੈਨੂੰ ਸਾਹ ਲੈਣਾ ਵੀ ਔਖਾ ਹੋ ਗਿਆ। ਫਿਰ ਉਹ ਦੈਂਤ ਵਾਂਗ ਮੇਰੇ ਉੱਪਰ ਝੁਕ ਗਿਆ। ਮੈਂ ਸੰਘਰਸ਼ ਕਰਦੀ ਰਹੀ, ਪਰ ਸਭ ਬੇਕਾਰ। ਉਸ ਮੂਹਰੇ ਮੇਰੀ ਇੱਕ ਨਾ ਚੱਲੀ। ਸੋਚਿਆ, ਮਾਂ ਵੀ ਪਤਾ ਨਹੀਂ ਕਿੱਧਰ ਮਰ ਗਈ। ਮੇਰੀ ਹਾਲਾਤ ਇਉਂ ਬਣ ਗਈ ਜਿਵੇਂ ਮਗਰਮੱਛ ਨੇ ਮੱਛੀ ਨੂੰ ਦਬੋਚ ਸੁੱਟਿਆ ਹੋਵੇ ਜਾਂ ਅਜਗਰ ਨੇ ਛੋਟੀ ਜਿਹੀ ਬਲੂੰਗੜੀ ਨੂੰ ਵਲੇਵਾਂ ਪਾ ਲਿਆ ਹੋਵੇ। ਮੈਨੂੰ ਦੰਦਲ ਪੈਣ ਵਾਲੀ ਹੋ ਗਈ। ਫਿਰ ਉਸ ਨੇ ਮੈਨੂੰ ਦਬਕਾ ਮਾਰਿਆ, ਜੇ ਇਹ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਦੋਹਾਂ ਨੂੰ ਜਿਉਂਦਿਆਂ ਨੂੰ ਫੂਕ ਦਊਂਗਾ। ਇਹ ਸੁਣ ਕੇ ਮੇਰਾ ਰੰਗ ਹੋਰ ਵੀ ਫਿੱਕਾ ਪੈ ਗਿਆ। ਅੱਖਾਂ ਅੱਡੀਆਂ ਗਈਆਂ, ਸਿਰ ਹੇਠਾਂ ਝੁਕ ਗਿਆ। ਕੁੰਡਾ ਖੋਲ੍ਹ ਕੇ ਉਹ ਗੇਟ ਤੋਂ ਬਾਹਰ ਹੋ ਗਿਆ। ਦਰਵਾਜ਼ਾ ਖੁੱਲ੍ਹਦਾ ਹੈ। ਮੰਮੀ ਆ ਜਾਂਦੀ ਹੈ। ਆਉਣ ਸਾਰ ਮੇਰੇ 'ਤੇ ਤਵਾ ਲਾ ਦਿੰਦੀ ਹੈ। ਨਿੱਜੜੀਏ, ਅਜੇ ਮੰਜੇ 'ਤੇ ਪਈ ਏਂ? ਤੈਨੂੰ ਸ਼ਰਮ ਨਹੀਂ ਆਉਂਦੀ? ਤੇਰੇ ਵਰਗੀਆਂ ਸਾਜਰੇ ਉੱਠ ਕੇ 100 ਕੰਮ ਕਰਦੀਆਂ ਨੇ, ਫਿਰ ਸਕੂਲ ਜਾਂਦੀਆਂ ਨੇ। ਤੂੰ ਹੁਣ ਨਿਆਣੀ ਨਹੀਂ ਬਈ ਮੰਜਾ ਮੱਲੀ ਰੱਖੇ। ਹੋਰ ਨਹੀਂ ਤਾਂ ਆਪਦੇ ਜੋਗੀਆਂ 2 ਰੋਟੀਆਂ ਥੱਪ ਕੇ ਸਕੂਲ ਚਲੀ ਜਾਂਦੀ। ਸੁੱਖਿਆ ਤਾਂ ਨਹੀਂ ਸਾਰਾ ਦਿਨ ਗੋਲਾ ਧੰਦਾ ਮੈਂ ਹੀ ਕਰਾਂ। ਤੈਨੂੰ ਪਤਾ ਹੈ ਅੱਜ ਸੰਗਰਾਂਦ ਹੈ। ਗੁਰਦੁਆਰੇ ਭੋਰਾ ਵੱਧ ਟਾਈਮ ਲੱਗ ਗਿਆ। ਹੇ-ਖਾਂ ਬਿਟ-ਬਿਟ ਦੇਖੀ ਜਾਂਦੀ ਹੈ। ਨਹੀਂ ਕੁੜੀ ਕਤਰੀ ਉੱਠੇ, ਉੱਠ ਕੇ ਨਹਾ ਧੋ ਕੇ ਸਮੇਂ ਸਿਰ ਸਕੂਲ ਤਾਂ ਜਾਵੇ। ਨਾ ਹੁਣ ਬਿਟ-ਬਿਟ ਦੇਖੀ ਜਾਨੀ ਏਂ। ਮੂੰਹੋਂ ਬੋਲ ਵੀ ਨਹੀਂ ਨਿਕਲਦਾ। ਮੈਂ ਕੁੱਤੀ ਤਾਂ ਨਹੀਂ ਭੌਂਕਦੀ? ਹੁਣ ਤਾਂ ਬਿਸਤਰੇ 'ਚੋਂ ਦਫਾ ਹੋ। ਬਥੇਰਾ ਸੌਂ ਲੈਨੀ ਆਂ ਰਾਤ ਨੂੰ। ਫਿਰ ਉਹ ਗੁੱਸੇ ਨਾਲ ਭਰੀ ਪੀਤੀ ਮੇਰਾ ਕੰਬਲ ਚੁੱਕ ਕੇ ਪਰੇ ਮਾਰਦੀ ਹੈ। ਇੱਕਦਮ ਤਰਬਕ ਪੈਂਦੀ ਹੈ। ਕਮਰੇ ਦਾ ਦਰਵਾਜ਼ਾ ਬੰਦ ਕਰਕੇ ਵੈਣ ਪਾਉਣ ਲੱਗਦੀ ਹੈ। ਇਹ ਕੀ ਭਾਣਾ ਵਰਤ ਗਿਆ ਮੇਰੀਏ ਲਾਡਲੀਏ। ਮੈਂ ਤਾਂ ਪੀਜਾਂ ਸੀਰਮੇ ਨਹੀਂ ਉਸਦੇ। ਬੋਟੀ ਕਰਦਿਆਂ ਮੇਰੀ ਸੋਹਣੀਏ ਸੁਖੀਏ, ਇੱਕ ਵਾਰ ਦੱਸ ਤਾਂ ਸਹੀ ਉਹ ਕੌਣ ਸੀ? ਖੇਰੂ ਖੇਰੂ ਕਰਦਿਆਂ ਨਹੀਂ ਉਸਨੂੰ
ਉਹ ਕੱਪੜਾ ਲੈ ਕੇ ਮੇਰੇ ਜਿਸਮ ਨੂੰ ਸਾਫ਼ ਕਰਦੀ ਹੈ, ਫਿਰ ਬਾਹੋਂ ਫੜ ਕੇ ਉਠਾ ਲੈਂਦੀ ਹੈ। ਮੂੰਹ ਸੁੱਕ ਰਿਹਾ ਹੈ, ਪਾਣੀ ਲਈ ਆਖਦੀ ਹਾਂ। ਸਟੀਲ ਦਾ ਵੱਡਾ ਗਲਾਸ ਢੀਕ ਲਾ ਕੇ ਪੀ ਜਾਂਦੀ ਹਾਂ। ਕੁਝ ਸੁਰਤ ਜਿਹੀ ਫੜ ਕੇ ਬਾਥਰੂਮ ਜਾਂਦੀ ਹਾਂ, ਕੱਪੜੇ ਬਦਲ ਕੇ ਵਾਪਸ ਆ ਜਾਂਦੀ ਹਾਂ। ਸੁੱਖੀ, ਕੌਣ ਆਇਆ ਸੀ ਕੀੜੇ ਪੈਣਾ, ਦੱਸ। ਮੇਰਾ ਪਾਰਾ ਉਤਾਂਹ ਚੜ੍ਹ ਜਾਂਦਾ ਹੈ। ਮੇਰੇ ਵਿਚਲੀ ਚੰਡੀ ਉਜਾਗਰ ਹੋ ਜਾਂਦੀ ਹੈ। ਆਖਦੀ ਹਾਂ, ਹੁਣ ਮੈਨੂੰ ਪੁੱਛਦੀ ਏਂ ਕੌਣ ਸੀ? ਹਰਾਮੀ ਕੀੜੇ ਪੈਣਾ। ਫਿਰ ਪਤਾ ਨਹੀਂ ਮੈਂ ਕਿੰਨਾ ਚਿਰ ਬੋਲਦੀ ਰਹੀ। ਨੀ ਤੂੰ ਤਾਂ ਕੀ ਥੱਕਦੀ ਏਂ, ਤੈਨੂੰ ਸ਼ਰਮ ਨਹੀਂ ਆਉਂਦੀ? ਨੀ ਤੂੰ ਤਾਂ ਕੀ ਬਕਦੀ ਏਂ, ਤੈਨੂੰ ਸ਼ਰਮ ਨਹੀਂ ਆਉਂਦੀ? ਵਾਹ ਵਾਹ, ਸ਼ਰਮ ਤਾਂ ਤੈਨੂੰ ਆਉਣੀ ਚਾਹੀਦੀ ਆ। ਮੈਨੂੰ ਦੁੱਧ ਵਿੱਚ ਪਾ ਕੇ ਪਤਾ ਨਹੀਂ ਕੀ ਦਿੰਦੀ ਰਹੀ ਤੇ ਮੈਨੂੰ ਨੀਂਦ ਵੱਧ ਆਉਂਦੀ ਰਹੀ। ਤੂੰ ਆਪ ਉਸ ਨਾਲ ਸਾਰੀ ਰਾਤ ਕਲੋਲਾਂ ਕਰਦੀ ਰਹੀ। ਤੂੰ ਮਾਂ ਨਹੀਂ, ਤੂੰ ਤਾਂ ਡੈਣ ਆ, ਡੈਣ। ਫੱਫੇ ਕੁੱਟਣੀ 12 ਤਾਲੀ। ਤੂੰ ਤਾਂ ਮੇਰੀ ਵੀ ਭੋਰਾ ਸ਼ਰਮ ਨਾ ਖਾਧੀ। ਘਰੇ ਮੁਟਿਆਰ ਧੀ ਤੇ ਤੂੰ ਬੇਗਾਨੇ ਮਰਦ ਨਾਲ ਐਸ਼ਾਂ ਉਡਾਉਂਦੀ ਰਹੀ। ਜਿਹੜਾ ਘੋੜੀ ਤੇ ਕਾਠੀ ਪਾਊ ਉਹ ਦੇਖੀ ਕਿਵੇਂ ਫੁੱਟ ਬਕੇਂਗੀ ਸਭ ਕੁਝ। ਆਪ ਤਾਂ ਇਹੋ ਜਿਹੀ ਸੀਗੀ ਹੀ। ਮੈਨੂੰ ਵੀ ਬਰਬਾਦ ਕਰ ਦਿੱਤਾ। ਇਹ ਕਹਿ ਕੇ ਮੋਬਾਈਲ ਚੁੱਕ ਲੈਂਦੀ ਹਾਂ। ਅੱਗੋਂ ਉਹ ਮਿੰਨਤਾਂ ਕਰਦੀ ਆ, ਹਾੜੇ ਮੇਰੀ ਧੀ, ਮੈਨੂੰ ਬਖਸ਼ ਲਾ। ਗੱਲ ਵਿੱਚ ਪੱਲਾ ਪਾ ਕੇ ਆਖਦੀ ਆ, ਕਿਸੇ ਕੋਲ ਗੱਲ ਨਾ ਕਰੀ, ਨਾ ਪੁਲਿਸ ਨੂੰ ਫੋਨ ਕਰੀ, ਹੋਰ ਵਾਧੂ ਖੱਜਲ ਖੁਆਰੀ ਹੋਵੇਗੀ। ਲੋਕ ਤਰ੍ਹਾਂ ਦੀਆਂ ਗੱਲਾਂ ਕਰਨਗੇ, ਮੈਨੂੰ ਤਾਂ ਚਰਿੱਤਰਹੀਣ ਕਹਿਣਗੇ ਹੀ, ਤੇਰੇ ਤੇ ਵੀ ਤੁਹਮਤਾਂ ਲਾਉਣਗੇ। ਹਾੜੇ ਮੇਰੀਏ ਧੀਏ, ਮੈਂ ਪਾਪਣ ਕਲਯੋਗਣ। ਫਿਰ ਕੰਧ ਵਿੱਚ ਟੱਕਰਾਂ ਮਾਰਨ ਲੱਗ ਜਾਂਦੀ ਹਾਂ ਅਤੇ ਉੱਚੀ ਰੋਈ ਜਾਂਦੀ ਹਾਂ। ਉਹ ਮੈਨੂੰ ਖਿੱਚ ਕੇ ਮੰਜੇ ਤੇ ਪਾ ਦਿੰਦੀ ਹੈ ਤੇ ਮੇਰੇ ਪੈਰ ਫੜ ਕੇ ਆਖਦੀ ਹੈ, ਸੁਖਦੀਪ, ਮੈਂ ਪਾਪਣ ਹਾਂ, ਮੈਨੂੰ ਨਰਕ ਵਿੱਚ ਢੋਈ ਮਿਲੇ। ਹੇ ਰੱਬਾ, ਮੈਂ ਗੁਨਾਹਗਾਰ ਹਾਂ, ਮੈਨੂੰ ਚੁੱਕ ਲੈ। ਲਗਾਤਾਰ ਮਿੰਨਤਾਂ ਕਰ ਰਹੀ ਹੈ, ਸੁਖਦੀਪ, ਆਪਣੇ ਪਾਪਾ ਕੋਲ ਗੱਲ ਨਾ ਕਰੀਂ, ਮੈਂ ਤੈਥੋਂ ਵਾਰ ਮੁਆਫ਼ੀ ਮੰਗਦੀ ਹਾਂ। ਮੈਂ ਉਸ ਦਿਨ ਤੋਂ ਸਕੂਲ ਜਾਣਾ ਛੱਡ ਦਿੰਦੀ ਹਾਂ। ਕਦੇ ਵੇਲੇ ਸਿਰ ਵਾਲ ਵੀ ਨਹੀਂ ਵਾਹੇ, ਨਾ ਕਦੇ ਨਹਾਉਣ ਧੋਣ ਵੱਲ ਧਿਆਨ ਦਿੱਤਾ। ਕਈ ਦਿਨ ਪਾਏ ਹੋਏ ਕੱਪੜੇ ਵੀ ਨਾ ਲਾਉਂਦੀ। ਮਰਦਾਂ ਤੋਂ ਨਫ਼ਰਤ ਹੋ ਗਈ। ਘਰੋਂ ਬਾਹਰ ਵੀ ਨਾ ਨਿਕਲਦੀ। ਕਿਤਾਬ ਵੀ ਕਦੇ ਨਾ ਚੁੱਕੀ। ਰੋਟੀ ਕਦੇ ਖਾ ਲਈ, ਕਦੇ ਨਾ। ਮਾਂ ਮਿੰਨਤਾਂ ਕਰਦੀ ਹੈ ਕਿ ਮੈਂ ਸਕੂਲ ਜਾਵਾਂ। ਇਮਤਿਹਾਨ ਸਿਰ 'ਤੇ ਹਨ। ਸਕੂਲੋਂ ਵੀ ਸੁਨੇਹਾ ਆਇਆ ਹੈ। ਤਾੜਨਾ ਕੀਤੀ ਗਈ ਹੈ ਕਿ ਜੇ ਮੈਂ ਨਾ ਗਈ ਤਾਂ ਨਾਂ ਕੱਟ ਦਿੱਤਾ ਜਾਵੇਗਾ। ਅਖੀਰ ਮਨ ਨੂੰ ਸਮਝਾਉਂਦੀ ਹਾਂ, ਹੌਲੀ ਸਭ ਕੁਝ ਸਹਿਜ ਹੋ ਰਿਹਾ ਹੈ। ਪਰ ਜਦ ਉਹ ਦ੍ਰਿਸ਼ ਸਾਹਮਣੇ ਆਉਂਦਾ ਹੈ ਤਾਂ ਇੱਕ ਝੁਣਚਣੀ ਜਿਹੀ ਉੱਠਦੀ ਹੈ। ਨਫ਼ਰਤ ਨਾਲ ਮੂੰਹ ਕਸੈਲਾ ਹੋ ਜਾਂਦਾ ਹੈ। ਪਾਪਾ ਜੀ ਵੀ ਟ੍ਰੇਨਿੰਗ ਤੋਂ ਵਾਪਸ ਆ ਜਾਂਦੇ ਹਨ। ਮਾਂ ਝੂਠ ਬੋਲਦੀ ਹੈ, ਆਖਦੀ ਹੈ, ਸੁਖਦੀਪ ਨੂੰ ਤਾਂ ਟਾਈਫਾਇਡ ਹੋ ਗਿਆ ਸੀ, ਹੁਣ ਕੁਝ ਠੀਕ ਹੋਈ ਆ। ਮੁੜ ਬੈਗ ਚੱਕ ਸਕੂਲ ਲੱਗ ਜਾਂਦੀ ਹਾਂ। ਇਮਤਿਹਾਨ ਹੋ ਜਾਂਦੇ ਹਨ। ਪਹਿਲਾਂ ਹਮੇਸ਼ਾ ਫਸਟ ਆਉਂਦੀ ਰਹੀ ਹਾਂ, ਪਰ ਐਤਕੀ ਮਸਾਂ ਹੀ ਪਾਸ ਹੋਈ ਹਾਂ। ਪਾਪਾ ਜੀ ਦੀ ਪ੍ਰਮੋਸ਼ਨ ਦੂਸਰੇ ਸ਼ਹਿਰ ਵਿਖੇ ਹੋ ਜਾਂਦੀ ਹੈ। ਉੱਥੇ ਵੀ ਅਸੀਂ ਸਰਕਾਰੀ ਕੁਆਟਰ ਵਿੱਚ ਰਹਿੰਦੇ ਹਾਂ। ਕਾਲਜ ਦੀਆਂ ਕਲਾਸਾਂ ਸ਼ੁਰੂ ਹੋ ਜਾਂਦੀਆਂ ਹਨ। ਮੇਰਾ ਅਗਾਂਹ ਪੜ੍ਹਨ ਨੂੰ ਮਨ ਨਹੀਂ ਕਰਦਾ, ਜਿਵੇਂ ਦੁਨੀਆ ਤੋਂ ਉਚਾਟ ਹੋ ਗਈ ਹੋਵਾਂ। ਪਰ ਪਾਪਾ ਜੀ ਦੇ ਜ਼ੋਰ ਪਾਉਣ 'ਤੇ ਪੜ੍ਹਾਈ ਲਈ ਹਾਂ ਕਰ ਦਿੰਦੀ ਹਾਂ। ਦਾਖਲੇ ਬੰਦ ਹੋ ਜਾਣ ਕਾਰਨ ਕਾਲਜ ਦੇ ਪ੍ਰਿੰਸੀਪਲ ਤੱਕ ਸਿਫਾਰਸ਼ ਦੀ ਲੋੜ ਪੈਂਦੀ ਹੈ। ਸਾਡਿਆਂ ਕੁਆਟਰਾਂ ਵਿੱਚੋਂ ਇੱਕ ਲੜਕੀ ਉੱਥੇ ਪੜ੍ਹਦੀ ਹੈ। ਉਸ ਦੇ ਡੈਡੀ ਦੀ ਪ੍ਰਿੰਸੀਪਲ ਨਾਲ ਜਾਣ ਪਛਾਣ ਹੈ। ਉਸ ਅੰਕਲ ਨੂੰ ਨਾਲ ਲੈ ਕੇ ਮੇਰੇ ਪਾਪਾ ਜੀ BA 1 ਵਿੱਚ ਦਾਖਲਾ ਕਰਵਾ ਦਿੰਦੇ ਹਨ। ਕਾਲਜ ਜਾ ਕੇ ਪਤਾ ਲੱਗਦਾ ਹੈ ਕਿ ਸਕੂਲ ਅਤੇ ਕਾਲਜ ਦੀ ਪੜ੍ਹਾਈ ਦੇ ਫਰਕ ਦਾ। ਭੋਲੀ ਨਾਲ ਜਾਣ ਪਛਾਣ ਵੱਧ ਜਾਂਦੀ ਹੈ। ਉਹ ਸਾਡੇ ਕੁਆਟਰ ਵਿੱਚ ਉਸੇ ਅੰਕਲ ਦੀ ਲੜਕੀ ਹੈ ਜਿਹੜੇ ਮੇਰੇ ਦਾਖਲੇ ਬਾਰੇ ਪ੍ਰਿੰਸੀਪਲ ਨੂੰ ਮਿਲ ਕੇ ਆਏ ਸਨ। ਮੈਂ ਅਤੇ ਭੋਲੀ ਪੀਰੀਅਡ ਲਾ ਕੇ ਕੰਟੀਨ ਵੱਲ ਜਾ ਰਹੀਆਂ ਹਾਂ। ਅਗਾਂਹ ਮੈਨੂੰ ਦੇਖ ਕੇ ਮੁੰਡੇ ਆਵਾਜ਼ੇ ਕੱਸਦੇ ਹਨ, ਧੰਨ ਭਾਗ, ਆਹ ਤਾਂ ਨਵਾਂ ਪਟੋਲਾ ਆ ਗਿਆ। ਪਟੋਲਾ ਕਾਹਦਾ ਸਾਲਿਆ, ਗੰਦਲ ਆ ਗੰਦਲ, ਸੁਲਫੇ ਦੀ ਲਾਟ ਵਰਗੀ। ਇਹ ਤਾਂ ਨਛੱਤਰ ਹੁੰਦਾ ਬਈ, ਜਿਸ ਨੂੰ ਲੱਗਣਾ ਉੱਥੇ ਆ ਕੇ ਲੱਗ ਜਾਂਦਾ। ਭੋਲੀ ਆਖਦੀ ਹੈ, ਹਰਾਮੀਓ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਮੈਨੂੰ ਵੀ ਉਸ ਵਕਤ ਬੜੀ ਖਿਝ ਆਉਂਦੀ ਹੈ, ਪਰ ਚੁੱਪ ਕਰ ਰਹਿੰਦੀ ਹਾਂ। ਭੋਲੀ ਫਿਰ ਮੈਨੂੰ ਆਖਦੀ ਹੈ, ਕਾਲਜ ਵਿੱਚ ਤਾਂ ਇਹ ਆਮ ਗੱਲਾਂ ਹਨ। ਸੁਖਦੀਪ, ਤੂੰ ਬਹੁਤੀ ਸੀਰੀਅਸ ਨਾ ਹੋ, ਸਗੋਂ ਇੱਥੇ ਤਾਂ ਚੰਚਲ ਸੁਭਾਅ ਵਰਤਣਾ ਪੈਂਦਾ ਹੈ। ਅੜੀਏ, ਇਹ ਗੱਲ ਤਾਂ ਮੈਂ ਵੀ ਮੰਨਦੀ ਹਾਂ, ਗੁੱਸਾ ਨਾ ਕਰੀਂ। ਭੈਣੇ, ਸੱਚੀ ਮੁੱਚੀ ਤੇਰੇ ਹੁਸਨ ਦੀ ਤਾਬ ਝੱਲਣੀ ਇਹਨਾਂ ਲਈ ਔਖੀ ਹੋਈ ਹੈ। ਹੁਣ ਤਾਂ ਤੂੰ ਵੀ ਦੇਖ ਲੈ, ਤੇਰੇ ਵਰਗੀ ਸੁੰਦਰ ਲੜਕੀ ਤਾਂ ਕਾਲਜ ਵਿੱਚ ਬਿਲਕੁਲ ਨਹੀਂ ਹੈ। ਪੰਜਾਬੀ ਵਾਲੀ ਮੈਡਮ
ਬਥੇਰੀ ਲੰਮੀ ਝੰਮੀ ਤਾਂ ਤੇਰੇ ਵਰਗੀ ਆ, ਪਰ ਨੈਣ ਨਕਸ਼ ਤਾਂ ਉਸਦੇ ਵੀ ਤੇਰੇ ਵਰਗੇ ਨਹੀਂ ਹਨ। ਤੂੰ ਤਾਂ ਭੋਲੀ ਐਵੇਂ ਆਖੀ ਜਾਨੀ ਏ। ਨਹੀਂ, ਸਹੁੰ ਵੱਡੇ ਮਹਾਰਾਜ ਦੀ। ਇਉਂ ਇੱਕ ਦੂਜੀ ਨਾਲ ਗੱਲਾਂ ਕਰ ਰਹੀਆਂ ਹਾਂ, ਭੋਲੀ ਖਿੜ-ਖਿੜ ਹੱਸ ਪੈਂਦੀ ਹੈ। ਜਦ ਕੰਟੀਨ ਵਿੱਚੋਂ ਵਾਪਸ ਆ ਰਹੀਆਂ ਹਾਂ ਤਾਂ ਫਿਰ ਮੁੰਡੇ ਬੋਲ ਕੱਸਦੇ ਹਨ। ਇੱਕ ਦੂਜੇ ਨੂੰ ਕਹਿੰਦਾ ਹੈ, ਦੇਖ ਓਏ, ਤੂੰ ਤਾਂ ਬੇਰੀ ਮੈਡਮ ਦੀਆਂ ਸਿਫ਼ਤਾਂ ਕਰਦਾ ਨਹੀਂ ਥੱਕਦਾ। ਦੇਖ, ਚੰਨ ਤਾਂ ਇੱਥੇ ਚੜ੍ਹਿਆ ਅੱਜ। ਸਰੂ ਵਰਗਾ ਕੱਦ, ਤਿੱਖੇ ਨੈਣ ਨਕਸ਼, ਗੋਰਾ ਨਿਸ਼ੋ ਰੰਗ, ਲੰਮੀ ਧੌਣ, ਬਲੌਰੀ ਅੱਖਾਂ। ਜਿਹੜੇ ਘਰ ਵਿਆਹੀ ਗਈ ਭਾਗ ਲੱਗ ਜਾਣਗੇ ਉਸ ਘਰ ਨੂੰ। ਭੋਲੀ ਤੁਰੀ ਜਾਂਦੀ ਝੁਕ ਕੇ ਆਪਣਾ ਪੈਰ ਮੜਕਾਉਂਦੀ ਹੈ। ਉਹ ਗਾਂਹ ਤੁਰ ਪੈਂਦੇ ਹਨ। ਸੋਚਦੀ ਹਾਂ, ਇਹ ਕੀ ਮੈਂ ਇੰਨੀ ਹੀ ਸੁੰਦਰ ਹਾਂ? ਇੱਕ ਵਾਰ ਤਾਂ ਰੂਹ ਨਸ਼ਿਆਈ ਜਾਂਦੀ ਹੈ। ਕਾਲਜ ਵਿੱਚ ਦਿਲ ਲੱਗਣ ਲੱਗ ਪਿਆ ਹੈ। ਹੋਰ ਤਾਂ ਸਭ ਆਮ ਵਾਂਗ ਚੱਲ ਰਿਹਾ ਹੈ, ਪਰ ਜਦ ਮਗਰਲਾ ਸੀਨ ਅੱਖਾਂ ਮੂਹਰੇ ਘੁੰਮਦਾ ਹੈ ਤਾਂ ਆਪਣੇ ਆਪ ਨਾਲ ਨਫ਼ਰਤ ਜਿਹੀ ਹੋ ਜਾਂਦੀ ਹੈ। ਭਵਾਂ ਤਣੀਆਂ ਜਾਂਦੀਆਂ ਹਨ, ਮੁੱਠੀਆਂ ਕੱਸੀਆਂ ਜਾਂਦੀਆਂ ਹਨ। ਔਰਤ ਨੂੰ ਆਪ ਦੇ ਬਲਬੂਤੇ ਉੱਤੇ ਕਿਉਂ ਨਹੀਂ ਜਿਉਣ ਦਿੱਤਾ ਜਾਂਦਾ? ਇਹ ਸੋਚ ਕੇ ਰੂਹ ਵਲੂੰਧਰੀ ਜਾਂਦੀ ਹੈ। ਪਾਰਟ 1 ਅਤੇ ਸੈਕਿੰਡ ਦਾ ਵਰ੍ਹਾ ਖੁਸ਼ਗਵਾਰ ਗੁਜ਼ਰ ਜਾਂਦਾ ਹੈ। ਇਮਤਿਹਾਨ ਆ ਜਾਂਦੇ ਹਨ। ਮੈਨੂੰ ਬੁਖਾਰ ਨੇ ਆ ਘੇਰ ਲਿਆ। ਗੋਲੀਆਂ ਲੈ ਲੈਂਦੀ, ਬੁਖਾਰ ਲੈ ਜਾਂਦਾ, ਫਿਰ ਚੜ੍ਹ ਜਾਂਦਾ। ਸਰੀਰ ਕੁਝ ਕਮਜ਼ੋਰ ਹੋ ਗਿਆ। 1 ਮਹੀਨਾ ਮੰਜੇ 'ਤੇ ਪਈ ਰਹੀ। ਭੋਲੀ ਵਿਚਾਰੀ ਅੱਧਾ ਦਿਨ ਮੇਰੇ ਪਾਸ ਰਹਿੰਦੀ ਤੇ ਗੱਲਾਂ ਬਾਤਾਂ ਵਿੱਚ ਰੁਬਾਈ ਰੱਖਦੀ। ਇਨ੍ਹਾਂ ਦਿਨਾਂ ਵਿੱਚ ਹੀ ਸਾਡਾ ਨਤੀਜਾ ਆ ਗਿਆ। ਅਸੀਂ ਫਸਟ ਡਿਵੀਜ਼ਨ ਵਿੱਚ ਪਾਸ ਹੋ ਗਈਆਂ। BA ਫਾਈਨਲ ਵਿੱਚ ਦਾਖਲਾ ਲੈ ਲੈਂਦੀਆਂ ਹਾਂ। ਅੰਗਰੇਜ਼ੀ ਪੜ੍ਹਾਉਣ ਵਾਲਾ ਇੱਕ ਨਵਾਂ ਪ੍ਰੋਫੈਸਰ ਆ ਜਾਂਦਾ ਹੈ। ਉਸ ਨੂੰ ਪ੍ਰੋਫੈਸਰ ਬਰਾੜ ਕਹਿੰਦੇ ਹਨ। ਬਹੁਤ ਹੀ ਚੰਚਲ ਸੁਭਾਅ ਦਾ ਹੈ। ਮੈਂ ਦੇਖਿਆ ਕਿ ਉਹ ਮੇਰੇ ਵਿੱਚ ਕੁਝ ਵਧੇਰੇ ਹੀ ਦਿਲਚਸਪੀ ਰੱਖਦਾ ਹੈ। ਜਦੋਂ ਵੀ ਮੈਂ ਹਾਲ ਵਿੱਚ ਦੀ ਲੰਘਦੀ ਹਾਂ, ਉਹ ਅੱਖਾਂ ਗੱਡ ਕੇ ਮੇਰੇ ਵੱਲ ਵੇਖਦਾ ਰਹਿੰਦਾ ਹੈ। ਇੱਕ ਦਿਨ ਮੈਨੂੰ ਕਹਿਣ ਲੱਗਾ, ਸੁਖਦੀਪ, ਕਿਸ ਤਰ੍ਹਾਂ ਚੱਲ ਰਹੀ ਹੈ ਤੇਰੀ ਪੜ੍ਹਾਈ? ਠੀਕ ਆ ਸਰ। ਸੋਚਦੀ ਹਾਂ, ਭਾਵੇਂ ਇਹ ਸਾਡੀ ਕਲਾਸ ਨੂੰ ਨਹੀਂ ਪੜ੍ਹਾਉਂਦਾ, ਪਰ ਇਸ ਨੂੰ ਮੇਰੇ ਨਾਂ ਦਾ ਕਿਵੇਂ ਪਤਾ ਲੱਗ ਗਿਆ? ਜਦ ਨੂੰ ਭੋਲੀ ਆ ਜਾਂਦੀ ਹੈ। ਤੁਹਾਨੂੰ ਦੋਹਾਂ ਨੂੰ ਇਕੱਠਿਆਂ ਹੀ ਦੇਖਦਾ ਹਾਂ। ਤੁਹਾਡੀ ਤਾਂ ਪੱਕੀ ਮਿੱਤਰਤਾ ਹੈ। ਯੈਸ ਸਰ, ਭੋਲੀ ਬੋਲਦੀ ਹੈ। ਫਿਰ ਭੋਲੀ ਨੂੰ ਸੰਬੋਧਨ ਹੋ ਕੇ ਕਹਿੰਦਾ ਹੈ, ਜਿਸ ਨੂੰ ਸੁਖਦੀਪ ਵਰਗੀ ਸਹੇਲੀ ਮਿਲ ਜਾਵੇ, ਉਸਨੇ ਹੋਰ ਕੀ ਲੈਣਾ ਹੈ? ਇਹ ਸੁਣ ਕੇ ਅਸੀਂ ਅਗਾਂਹ ਲੰਘ ਜਾਂਦੀਆਂ ਹਾਂ। ਭੋਲੀ ਆਖਦੀ ਹੈ, ਸੁਖੀ, ਪ੍ਰੋਫੈਸਰ ਬਰਾੜ ਤਾਂ ਤੇਰੇ 'ਤੇ ਡੋਰੇ ਖਿੱਚਣ ਨੂੰ ਫਿਰਦਾ ਹੈ। ਅੱਗੇ ਤਾਂ ਮੁੰਡੇ ਹੀ। ਭੋਲੀ, ਐਵੇਂ ਨਾ ਅੜੀਏ ਤੰਗ ਕਰਿਆ ਕਰ। ਮੈਂ ਕੀ ਲੈਣਾ ਇਸ਼ਕ ਮੁਸ਼ਕੀ ਤੋਂ? ਲੈ, ਮੈਨੂੰ ਕਹੇ ਤਾਂ ਮੈਂ ਪ੍ਰੋਫੈਸਰ ਬਰਾੜ ਨਾਲ ਫੱਟ ਆਸ਼ਕੀ ਕਰ ਲਵਾਂ। ਮੈਂ ਕਹਿ ਦਿੰਨੀ ਆਂ। ਭੋਲੀ ਮੇਰੇ ਨਾਲ ਹਾਸਾ ਮਜ਼ਾਕ ਕਰੀ ਜਾਂਦੀ ਹੈ। ਅਸੀਂ ਕੰਟੀਨ ਵਿੱਚ ਪਹੁੰਚ ਜਾਂਦੀਆਂ ਹਾਂ। ਕੰਟੀਨ ਖਾਲੀ ਪਈ ਹੈ। ਅਸੀਂ ਇੱਕ ਮੇਜ਼ 'ਤੇ ਬਹਿ ਜਾਂਦੀਆਂ ਹਾਂ। ਜਦ ਨੂੰ ਪ੍ਰੋਫੈਸਰ ਬਰਾੜ ਵੀ ਆ ਜਾਂਦਾ ਹੈ। ਅਸੀਂ ਸਤਿਕਾਰ ਵਜੋਂ ਉੱਠ ਕੇ ਉਸ ਦਾ ਸਵਾਗਤ ਕਰਦੀਆਂ ਹਾਂ। ਉਹ 3 ਕੱਪ ਕੌਫੀ ਅਤੇ ਪਨੀਰ ਪਕੌੜਿਆਂ ਦਾ ਆਰਡਰ ਦੇ ਦਿੰਦਾ ਹੈ। ਫਿਰ ਆਖਦਾ ਹੈ, ਸੁਖਦੀਪ, ਤੂੰ ਸਹਿਮੀ ਜਿਹੀ ਕਿਉਂ ਬੈਠੀ ਹੈਂ? ਖੁੱਲ੍ਹ ਕੇ ਮੂੰਹ ਤਾਂ ਚੁੱਕ ਕੇ ਬੈਠ। ਨਹੀਂ ਸਰ, ਮੈਂ ਤਾਂ ਠੀਕ ਹਾਂ। ਭੋਲੀ ਗੱਲ ਨੂੰ ਹੋਰ ਉਕਸਾਉਂਦੀ ਹੋਈ ਆਖਦੀ ਹੈ, ਸਰ, ਤੁਹਾਡੀ ਗੱਲ 16 ਆਨੇ ਪੱਕੀ ਆ। ਇਹ ਤਾਂ ਅੱਜ ਕੱਲ੍ਹ ਟੂ ਦਾ ਪੁਆਇੰਟ ਹੀ ਗੱਲ ਕਰਦੀ ਹੈ। ਮੈਂ ਕਿਹੜਾ ਝੂਠ ਬੋਲਦਾ। ਮੈਂ ਤਾਂ ਚਿਹਰਾ ਦੇਖ ਕੇ ਹੀ ਦੱਸ ਦਿੰਦਾ ਹਾਂ। ਮੇਰੀ ਵੀ ਮਨੋਵਿਗਿਆਨ ਦੀ MA ਕੀਤੀ ਹੋਈ ਆ। ਫਿਰ ਤਾਂ ਸਰ ਤੁਸੀਂ ਮੋਸਟ ਕੁਆਲੀਫਾਈ ਹੋ। ਭੋਲੀ ਆਖਦੀ ਹੈ, ਸੁਖਦੀਪ, ਤੂੰ ਵੀ ਕੋਈ ਗੱਲ ਕਰ। ਆਪ ਬੀਤੀ ਜਾਂ ਜੱਗ ਬੀਤੀ? ਮੈਨੂੰ ਬੈਠਣਾ ਔਖਾ ਜਿਹਾ ਹੋ ਜਾਂਦਾ ਹੈ, ਜਿਵੇਂ ਚੱਕੀ ਦੇ ਪੁੜਾਂ ਵਿਚਾਲੇ ਨਪੀੜੀ ਜਾ ਰਹੀ ਹੋਵਾਂ। ਸੰਗ ਗੱਲ ਕਰਨ ਤੋਂ ਜਵਾਬ ਦੇ ਦਿੰਦਾ ਹੈ, ਸੁਖਦੀਪ, ਤੇਰੇ ਡੈਡੀ ਤੇ ਹੋਰ ਸਭ ਠੀਕ ਠਾਕ ਨੇ? ਠੀਕ ਆ ਸਰ। ਮੈਂ ਤੈਨੂੰ ਕੁਝ ਪੁੱਛਣਾ ਚਾਹੁੰਦਾ ਹਾਂ। ਤੈਨੂੰ ਕੋਈ ਓਬਜੈਕਸ਼ਨ ਤਾਂ ਨਹੀਂ? ਮੈਨੂੰ ਕਾਹਦਾ ਇਤਰਾਜ਼ ਹੈ ਸਰ, ਦੱਸੋ। ਸਰ, ਮੈਂ ਜਾਵਾਂ? ਭੋਲੀ ਪੁੱਛਦੀ ਹੈ। ਨਹੀਂ, ਤੂੰ ਵੀ ਬੈਠ। ਸੁਖਦੀਪ, ਤੁਸੀਂ ਕਿੰਨੇ ਭੈਣ ਭਾਈ ਹੋ? ਮੈਂ ਤਾਂ ਸਿਰਫ ਇਕੱਲੀ ਹੀ ਹਾਂ। ਤੇਰੇ ਡੈਡੀ? ਉਹ ਸਰਕਾਰੀ ਮੁਲਾਜ਼ਮ ਹਨ। ਤੇਰੀ ਅੰਗੇਜ਼ਮੈਂਟ ਹੋ ਚੁੱਕੀ ਹੈ? ਮੇਰਾ ਮੂੰਹ ਸ਼ਰਮ ਨਾਲ ਲਾਲ ਹੋ ਜਾਂਦਾ ਹੈ। ਮੈਂ ਮੂੰਹ ਦੂਜੇ ਪਾਸੇ ਭੁਆ ਲੈਂਦੀ ਹਾਂ। ਬੈਠਣਾ ਮੁਸ਼ਕਿਲ ਲੱਗਦਾ ਹੈ। ਦਿਲ ਤੇਜ਼ੀ ਨਾਲ ਧੱਕ ਧੱਕ ਧੜਕਦਾ ਹੈ। ਇਉਂ ਲੱਗਦਾ ਹੈ ਹੁਣੇ ਹੀ ਸੀਨਾ ਪਾੜ ਕੇ ਬਾਹਰ ਆ ਜਾਵੇਗਾ। ਪ੍ਰੋਫੈਸਰ ਫਿਰ ਬੋਲਦਾ ਹੈ, ਦੇਖ ਸੁਖਦੀਪ,
ਇਹ ਸਭ ਕੁਝ ਤੈਥੋਂ ਤਾਂ ਹੀ ਪੁੱਛ ਰਿਹਾ ਹਾਂ ਕਿਉਂਕਿ ਹਰ ਇੱਕ ਲੜਕੀ ਅਤੇ ਲੜਕੇ ਦੀ ਦਿਲੀ ਇੱਛਾ ਹੁੰਦੀ ਹੈ ਕਿ ਉਸ ਨੂੰ ਆਪ ਦੀ ਪਸੰਦ ਦਾ ਜੀਵਨ ਸਾਥੀ ਮਿਲੇ, ਇੱਕ ਦੂਜੇ ਦਾ ਸੁਭਾਅ ਮਿਲਦਾ ਹੋਵੇ, ਆਪਸ ਵਿੱਚ ਪਿਆਰ ਵੀ ਕਰਦੇ ਹੋਣ, ਫਿਰ ਹੀ ਅਸਲੀ ਜ਼ਿੰਦਗੀ ਮਾਣਨ ਦਾ ਆਨੰਦ ਆਉਂਦਾ ਹੈ। ਸਰ, ਇਸ ਦੀ ਇੰਗੇਜਮੈਂਟ ਨਹੀਂ ਹੋਈ, ਭੋਲੀ ਆਖਦੀ ਹੈ। ਜਿਵੇਂ ਔੜ ਮਾਰੇ ਖੇਤ ਵਿੱਚ ਇੱਕੋ ਦਮ ਮੀਂਹ ਵਰਸ ਪਿਆ ਹੋਵੇ। ਪ੍ਰੋਫੈਸਰ ਬਰਾੜ ਦੇ ਮੂੰਹ ਉੱਪਰ ਲਾਲੀ ਦੀ ਰੇਖਾ ਉੱਭਰ ਆਉਂਦੀ ਹੈ। ਸੁਖਦੀਪ, ਤੂੰ ਕਿਸ ਤਰ੍ਹਾਂ ਦਾ ਜੀਵਨ ਸਾਥੀ ਚਾਹੁੰਦੀ ਹੈ? ਮੈਨੂੰ ਕੀ ਪਤਾ ਸਰ। ਕਿਉਂ, ਤੂੰ ਆਪ ਦੀ ਜ਼ਿੰਦਗੀ ਬਾਰੇ ਆਪ ਫੈਸਲਾ ਨਹੀਂ ਕਰਨਾ? ਜੇ ਤੈਨੂੰ ਖੁਦ ਪਤਾ ਨਹੀਂ ਤਾਂ ਹੋਰ ਕੌਣ ਦੱਸ ਸਕਦਾ ਹੈ? ਆਖਦੀ ਹਾਂ ਸਰ, ਤੁਸੀਂ ਇਹੋ ਜਿਹੇ ਊਟ ਪਟਾਂਗ ਸਵਾਲ ਕਿਉਂ ਪੁੱਛ ਰਹੇ ਹੋ? ਫਿਰ ਆਖਦਾ ਹੈ, ਜੇ ਕੋਈ ਇਤਰਾਜ਼ ਹੈ ਤਾਂ ਨਹੀਂ ਪੁੱਛਦਾ। ਸ਼ਰਮ ਦੀ ਮਾਰੀ ਚੁੱਪ ਕਰ ਜਾਂਦੀ ਹਾਂ ਅਤੇ ਮਹਿਸੂਸ ਕਰਦੀ ਹਾਂ ਜਿਵੇਂ ਕੰਡਿਆਲੀ ਤਾਰ ਵਿੱਚ ਫਸ ਗਈ ਹੋਵਾਂ। ਸ਼ਾਇਦ ਪ੍ਰੋਫੈਸਰ ਬਰਾੜ ਦਾ ਤੇਜ਼ ਤਰਾਰ ਦਿਮਾਗ ਮੇਰੀ ਚੁੱਪ ਨੂੰ ਤਾੜ ਜਾਂਦਾ ਹੈ। ਫਿਰ ਆਖਦਾ ਹੈ, ਤੂੰ ਚੁੱਪ ਕਿਉਂ ਹੋ ਗਈ? ਖੁੱਲ੍ਹ ਕੇ ਦੱਸ। ਅਖੀਰ ਖਹਿੜਾ ਛਡਾਉਣਾ ਚਾਹੁੰਦੀ ਹਾਂ ਅਤੇ ਆਖਦੀ ਹਾਂ, ਸਰ, ਇਹ ਫੈਸਲਾ ਤਾਂ ਮੇਰੇ ਮਾਪੇ ਹੀ ਕਰ ਸਕਦੇ ਹਨ, ਅਤੇ ਜਾਣ ਲਈ ਉੱਠ ਖੜ੍ਹਦੀ ਹਾਂ। ਪਰ ਇਉਂ ਲੱਗਦਾ ਜਿਵੇਂ ਪ੍ਰੋਫੈਸਰ ਬਰਾੜ ਪਿੱਛੇ ਹੀ ਪੈ ਗਿਆ ਹੋਵੇ। ਸੁਖਦੀਪ, ਬੈਠ ਜਾਓ ਪਲੀਜ਼, ਇੱਕ ਗੱਲ ਪੁੱਛਣੀ ਚਾਹੁੰਦਾ ਹਾਂ। ਕੀ ਮੈਂ ਤੇਰੇ ਡੈਡੀ ਜੀ ਨੂੰ ਮਿਲ ਸਕਦਾ ਹਾਂ? ਕਿਉਂ ਨਹੀਂ, ਜਦ ਚਾਹੋ ਛੁੱਟੀ ਵਾਲੇ ਦਿਨ ਮਿਲ ਸਕਦੇ ਹੋ। ਖੜੀ ਖੜੀ ਅਣਚਾਹੇ ਮਨ ਨਾਲ ਆਖ ਦਿੰਦੀ ਹਾਂ ਅਤੇ ਬਾਹਰ ਆ ਜਾਂਦੀ ਹਾਂ। ਫਿਰ ਭੋਲੀ ਦੁਆਲੇ ਹੋ ਜਾਂਦੀ ਹੈ। ਹਾਏ ਨੀ ਸੁਖੀਏ, ਪ੍ਰੋਫੈਸਰ ਬਰਾੜ ਤਾਂ ਤੇਰੇ ਤੇ ਪੂਰਾ ਲੱਟੂ ਪੱਟੂ ਹੋਇਆ ਫਿਰਦਾ ਅੜੀਏ। ਉਹ ਤਾਂ ਤੇਰੇ ਨਾਲ ਵਿਆਹ ਕਰਾਉਣ ਲਈ ਤਿਆਰ ਹੈ। ਨਾ ਤੂੰ ਕਰਵਾ ਲੈ, ਤੂੰ ਕਿਹੜਾ ਭੋਰਾ ਭਰ ਜੁਆਕੜੀ ਏਂ ਬਈ ਤੇਰੀ ਵਿਆਹ ਕਰਾਉਣ ਦੀ ਉਮਰ ਨਹੀਂ। ਮੈਨੂੰ ਆਖੇ ਤਾਂ ਸਹੀ, ਮੈਂ ਤਾਂ ਹੁਣੇ ਹੀ ਤੁਰਨ ਲਈ ਤਿਆਰ ਹਾਂ। ਮੈਂ ਕਹਿ ਦਿੰਦੀ ਹਾਂ ਤੇਰੇ ਬਾਰੇ। ਹਾਂ ਕਹਿ ਦੇ, ਸਾਰੀ ਉਮਰ ਤੇਰੀ ਦੇਣਦਾਰ ਰਹਾਂਗੀ। ਇਉਂ ਗੱਲਾਂ ਕਰਦੀਆਂ ਸਾਹਮਣੇ ਗਰਾਊਂਡ ਦੀ ਸਾਈਡ ਤੇ ਟਿਕੋਮਾ ਦੀ ਛਾਂ ਹੇਠ ਜਾ ਬਹਿੰਦੀਆਂ ਹਾਂ। ਬੈਠਣ ਸਾਰ ਦਿਲ ਡੁੱਬੂ ਡੁੱਬੂ ਕਰ ਰਿਹਾ ਹੈ। ਬੇਸਬਰੀ ਹੋ ਕੇ ਫੁੱਟ ਫੁੱਟ ਰੋਣ ਲੱਗ ਪੈਂਦੀ ਹਾਂ। ਭੋਲੀ ਮਿੰਨਤਾਂ ਕਰਦੀ ਆ, ਕੁੜੇ ਰੋਈ ਕਿਉਂ ਜਾਨੀ ਐ? ਇਹ ਮਰਦ ਜਾਤ ਔਰਤ ਨੂੰ ਕਿਵੇਂ ਬੁਰਕੀ ਸਮਝ ਕੇ ਮੂੰਹ ਵਿੱਚ ਪਾਉਣ ਲਈ ਤਿਆਰ ਰਹਿੰਦਾ ਹੈ। ਮੈਂ ਆਖਦੀ ਹਾਂ, ਹੈਂ ਕਮਲੀ, ਜੇ ਭਲਾ ਪ੍ਰੋਫੈਸਰ ਨਾਲ ਵਿਆਹੀ ਜਾਵੇਂ, ਤੈਨੂੰ ਹੋਰ ਕੀ ਚਾਹੀਦਾ ਹੈ? ਤੇਰੀ ਸਮਾਜ ਵਿੱਚ ਇੱਜ਼ਤ ਬਣੇਗੀ। ਪਰ ਭੋਲੀ ਨੂੰ ਕੀ ਪਤਾ, ਮੇਰੇ ਅੰਦਰ ਤਾਂ ਇੱਕ ਵਿਦਰੋਹ ਦੀ ਲਹਿਰ ਚੱਲ ਪੈਂਦੀ ਹੈ। ਜਦ ਇਹ ਮੇਰੇ ਤੇ ਹਾਵੀ ਹੋ ਜਾਂਦੀ ਹੈ, ਫਿਰ ਦਿਲ ਕਰਦਾ ਇਸ ਸਮਾਜ ਦੇ ਚੀਥੜੇ ਉਡਾ ਦਿਆਂ। ਉਸ ਤੋਂ ਅਗਲੇ ਐਤਵਾਰ ਮੈਂ ਬਾਜ਼ਾਰ ਚਲੀ ਜਾਂਦੀ ਹਾਂ। ਜ਼ੁਕਾਮ ਖੰਘ ਹੋਣ ਕਾਰਨ ਦਵਾਈ ਵੀ ਲੈਣੀ ਹੈ ਅਤੇ ਹੋਰ ਵੀ ਨਿੱਕੇ ਮੋਟੇ ਕੰਮ ਹਨ। ਡਾਕਟਰ ਟੈਸਟ ਕਰਨ ਲਈ ਖੂਨ ਲੈ ਲੈਂਦਾ ਹੈ ਅਤੇ ਮੇਰਾ ਐਡਰੈਸ ਨੋਟ ਕਰਨ ਲਈ ਆਖਦਾ ਹੈ। ਮੈਂ ਕੁਝ ਪੈਸੇ ਦੇ ਕੇ ਜਾਣਾ ਚਾਹੁੰਦੀ ਹਾਂ ਤਾਂ ਉਹ ਆਖਦਾ ਹੈ, ਟੈਸਟ ਰਿਪੋਰਟ ਕੱਲ੍ਹ ਨੂੰ ਲੈ ਜਾਇਓ। ਜਦ ਵਾਪਸ ਘਰ ਆਉਂਦੀ ਹਾਂ ਤਾਂ ਪਿਤਾ ਜੀ ਮੈਨੂੰ ਵਧੇਰੇ ਹੀ ਖੁਸ਼ ਅੰਦਾਜ਼ ਵਿੱਚ ਮਿਲਦੇ ਹਨ। ਫਿਰ ਆਖਦੇ ਹਨ, ਸੁਖਦੀਪ, ਤੁਹਾਡਾ ਪ੍ਰੋਫੈਸਰ, ਜਿਸ ਦਾ ਗੋਤ ਬਰਾੜ ਹੈ, ਅੱਜ ਆਇਆ ਸੀ। ਮੈਨੂੰ ਤਾਂ ਬਹੁਤ ਹੀ ਨੇਕ ਇਨਸਾਨ ਲੱਗਿਆ। ਪੁੱਤਰ, ਤੇਰੇ ਨਾਲ ਗੱਲ ਤਾਂ ਸਾਂਝੀ ਕਰਨੀ ਹੀ ਪੈਣੀ ਹੈ। ਉਹ ਘਰਦਿਆਂ ਦਾ ਇਕਲੌਤਾ ਪੁੱਤਰ ਹੈ। ਉਸ ਪਾਸ ਕਾਫੀ ਜ਼ਮੀਨ ਅਤੇ ਸ਼ਹਿਰ 'ਚ ਪਲਾਟ ਵੀ ਹਨ। ਉਸ ਦੇ ਦੱਸਣ ਅਨੁਸਾਰ ਉਹ ਤੇਰੇ ਨਾਲ ਵੀ ਗੱਲ ਕਰ ਚੁੱਕਿਆ ਹੈ। ਤੁਹਾਡੀ ਉਮਰ ਦਾ ਵੀ ਕੋਈ ਬਹੁਤਾ ਫਰਕ ਨਹੀਂ। ਮੈਂ ਤਾਂ ਇਹ ਵੀ ਆਖਿਆ ਸੀ ਕਿ ਅਸੀਂ ਤਕੜੇ ਬੰਦੇ ਨਾਲ ਮੱਥਾ ਨਹੀਂ ਲਾ ਸਕਦੇ, ਪਰ ਉਸ ਨੇ ਵਾਅਦਾ ਕੀਤਾ ਹੈ ਕਿ ਸੁਖਦੀਪ ਦਾ ਹੱਥ ਮੈਨੂੰ ਦੇ ਦਿਓ। ਮੈਨੂੰ ਹੋਰ ਕੋਈ ਲਾਲਸਾ ਨਹੀਂ। ਅਸਲ ਵਿੱਚ ਪੁੱਤ, ਮੈਂ ਤਾਂ ਉਸ ਨੂੰ ਹਾਂ ਕਰ ਦਿੱਤੀ ਹੈ। ਤੇਰੀ ਕੀ ਰਾਏ ਹੈ ਪੁੱਤਰ? ਮੈਂ ਤਾਂ ਪਾਪਾ ਜੀ ਇਸ ਬਾਰੇ ਕਦੇ ਸੋਚਿਆ ਵੀ ਨਹੀਂ। ਇਹ ਕਹਿ ਕੇ ਅੰਦਰ ਚਲੀ ਜਾਂਦੀ ਹਾਂ। ਅਗਲੇ 2 ਦਿਨ ਕਾਲਜ ਬੰਦ ਹੈ। ਛੁੱਟੀਆਂ ਕੱਟ ਕੇ ਪੜ੍ਹਨ ਚਲੀ ਜਾਂਦੀ ਹਾਂ। ਉਸ ਦਿਨ ਪ੍ਰੋਫੈਸਰ ਮੈਨੂੰ ਇੱਕ ਕਮਰੇ ਵਿੱਚ ਬੁਲਾਉਂਦਾ ਹੈ। ਅਸੀਂ ਆਹਮੋ ਸਾਹਮਣੇ ਬੈਠ ਜਾਂਦੇ ਹਾਂ। ਫਿਰ ਆਖਦਾ ਹੈ, ਸੁਖਦੀਪ, ਤੈਨੂੰ ਪਤਾ ਲੱਗ ਗਿਆ ਹੋਣਾ ਕਿ ਚੌਥੇ ਮੈਂ ਤੁਹਾਡੇ ਘਰ ਜਾ ਆਇਆ ਤਾਂ ਹੋਰ ਵੀ ਖੁਸ਼ਖਬਰੀ ਕਿ ਤੇਰੇ ਡੈਡੀ ਜੀ ਨੇ ਆਪਾਂ ਨੂੰ ਇਕੱਠਿਆਂ ਜ਼ਿੰਦਗੀ ਜਿਉਣ ਲਈ ਲਿਫਟ ਦੇ ਦਿੱਤੀ ਹੈ। ਨਹੀਂ ਸਰ, ਇਹ ਨਹੀਂ ਹੋ ਸਕਦਾ। ਕਿਉਂ, ਕੀ ਤੂੰ ਕਿਸੇ ਹੋਰ ਲੜਕੇ ਨਾਲ ਪਿਆਰ ਕਰਦੀ ਹੈ? ਸਰ, ਇਹ ਗੱਲ ਕਹਿ ਕੇ ਮੈਨੂੰ ਸ਼ਰਮਿੰਦਾ ਨਾ ਕਰੋ। ਅਸਲ ਵਿੱਚ ਤੁਹਾਡਾ ਰੁਤਬਾ ਉਸਤਾਦ ਦਾ ਹੈ। ਇਹ ਕੋਈ ਅਲੌਕਿਕ ਗੱਲ ਨਹੀਂ। ਜੇ ਇਸ ਤਰ੍ਹਾਂ ਨਹੀਂ ਤਾਂ ਵੀ ਸਰ ਮੁਸ਼ਕਲ ਹੈ। ਅਸੀਂ ਗਰੀਬ ਤੇ ਤੁਸੀਂ ਅਮੀਰ। ਸੁਖਦੀਪ, ਮੈਂ ਤਾਂ ਤੈਨੂੰ ਅਤੇ ਤੇਰੇ ਪਿਆਰ ਨੂੰ ਚਾਹੁੰਦਾ ਹਾਂ। ਫਿਰ ਪ੍ਰੋਫੈਸਰ ਮੈਨੂੰ ਰੈਸਟੋਰੈਂਟ ਵਿੱਚ ਮਿਲਣ ਲਈ ਤਾਕੀਦ ਕਰਦਾ ਹੈ। ਮੈਂ ਅਣਚਾਹੇ ਮਨ ਨਾਲ ਰੈਸਟੋਰੈਂਟ ਪਹੁੰਚ ਜਾਂਦੀ ਹਾਂ। ਪ੍ਰੋਫੈਸਰ ਬਰਾੜ ਉੱਥੇ ਪਹਿਲਾਂ ਹੀ ਮੌਜੂਦ ਹੁੰਦਾ ਹੈ। ਮੈਨੂੰ ਉਹ ਰੈਸਟੋਰੈਂਟ ਦੇ ਉੱਪਰਲੇ ਕੈਬਨ ਵਿੱਚ ਲੈ ਜਾਂਦਾ ਹੈ।
ਬਹਿਰਾ ਆ ਕੇ ਪੁੱਛਦਾ ਹੈ ਕੀ ਪੀਓਗੇ। ਪ੍ਰੋਫੈਸਰ ਆਖਦਾ ਹੈ ਕੁਝ ਸਮਾਂ ਠਹਿਰ ਦੱਸਦੇ ਹਾਂ। ਮੈਂ ਆਪਣੇ ਆਪ ਨੂੰ ਭਿੱਜੀ ਹੋਈ ਬਿੱਲੀ ਵਾਂਗ ਸੁੰਗੜੀ ਸੁੰਗੜੀ ਮਹਿਸੂਸ ਕਰਦੀ ਹਾਂ। ਫਿਰ ਸੋਚਦੀ ਹਾਂ ਕਿ ਸਾਰੇ ਮਰਦ ਇੱਕੋ ਜਿਹੇ ਤਾਂ ਨਹੀਂ ਹੁੰਦੇ, ਪਰ ਇਹਨਾਂ 'ਤੇ ਵਿਸ਼ਵਾਸ ਵੀ ਕੀ। ਪ੍ਰੋਫੈਸਰ ਮੈਨੂੰ ਕਲਾਵੇ ਵਿੱਚ ਕੁੱਟ ਲੈਂਦਾ ਹੈ ਅਤੇ ਮੇਰਾ ਇੱਕ ਡੂੰਘਾ ਚੁੰਮਣ ਲੈ ਲੈਂਦਾ ਹੈ। ਮੈਨੂੰ ਸਿਰ ਤੋਂ ਪੈਰਾਂ ਤੱਕ ਝਰਨਾਹਟ ਜਿਹੀ ਮਹਿਸੂਸ ਹੁੰਦੀ ਹੈ ਅਤੇ ਇੱਕਦਮ ਪਿਛਲਾ ਸੀਨ ਯਾਦ ਆ ਜਾਂਦਾ ਹੈ। ਫਿਰ ਪ੍ਰੋਫੈਸਰ ਮੇਰਾ ਹੱਥ ਫੜ ਕੇ ਆਖਦਾ ਹੈ, ਸੁਖਦੀਪ, ਅੱਜ ਤੇਰੇ ਨਾਲ ਇੱਕ ਪਲ ਹੀ ਜੋ ਇੱਕ ਹੋਣ ਦਾ ਆਨੰਦ ਮਹਿਸੂਸ ਹੋਇਆ ਹੈ, ਇਹ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਫਿਰ ਮੇਰਾ ਹੱਥ ਘੁੱਟ ਲੈਂਦਾ ਹੈ ਅਤੇ ਆਖਦਾ ਹੈ, ਬਸ ਹੁਣ ਹਾਂ ਕਹਿ ਦੇ। ਮੇਰੀਆਂ ਅੱਖਾਂ ਵਿੱਚੋਂ ਪਰਲ ਪਰਲ ਵਹਿ ਤੁਰਦੇ ਹੰਝੂ ਮੇਰੀਆਂ ਅੱਖਾਂ ਵਿੱਚੋਂ ਪਰਲ ਪਰਲ ਵਹਿ ਤੁਰਦੇ ਹਨ ਅਤੇ ਚਿਹਰੇ ਉੱਪਰ ਆ ਜਾਂਦੇ ਹਨ। ਉਹ ਆਪਣੇ ਰੁਮਾਲ ਨਾਲ ਮੂੰਹ ਸਾਫ਼ ਕਰਦਾ ਹੈ। ਫਿਰ ਮੈਨੂੰ ਆਖਦਾ ਹੈ, ਤੂੰ ਕਿਉਂ ਝੱਲੀ ਬਣੀ ਹੋਈ ਹੈ? ਭਵਿੱਖ ਦੀ ਜ਼ਿੰਦਗੀ ਦੇ ਸੁਹੱਪਣ ਨੂੰ ਕਿਉਂ ਨਹੀਂ ਸਮਝਦੀ? ਪ੍ਰੋਫੈਸਰ ਸਾਹਿਬ, ਮੈਂ ਸਭ ਕੁਝ ਸਮਝਦੀ ਹਾਂ। ਫਿਰ ਤੂੰ ਵਿਆਹ ਲਈ ਹਾਂ ਕਿਉਂ ਨਹੀਂ ਕਹਿ ਦਿੰਦੀ? ਜੇ ਮੈਂ ਹਾਂ ਕਰਦਿਆਂ ਤੁਸੀਂ ਮੈਦਾਨ ਛੱਡ ਕੇ ਭੱਜ ਜਾਣਾ। ਦੇਖ ਲਓ, ਮੈਦਾਨ ਛੱਡ ਕੇ ਭੱਜਣਾ ਮਰਦਾਂ ਦਾ ਕੰਮ ਨਹੀਂ। ਮਰਦ ਹੁਣ ਤੱਕ ਹਮੇਸ਼ਾ ਔਰਤ ਨੂੰ ਪੈਰ ਦੀ ਜੁੱਤੀ ਸਮਝਦਾ ਆਇਆ ਹੈ। ਸੁਖਦੀਪ, ਤੂੰ ਅਜਿਹਾ ਕਿਵੇਂ ਸੋਚ ਲਿਆ ਕਿ ਮੇਰੇ ਵਿਚਾਰ ਔਰਤ ਪ੍ਰਤੀ ਇਸ ਤਰ੍ਹਾਂ ਦੇ ਹਨ? ਦੇਖ ਲਓ, ਫਿਰ ਮੈਂ ਨਾਗਨ ਹਾਂ। ਜੇ ਇੱਕ ਵਾਰ ਡੱਸ ਲਿਆ, ਤੜਫ ਤੜਫ ਕੇ ਮਰੋਗੇ। ਮੈਂ ਵੀ ਯੋਗੀ ਹਾਂ, ਨਾਗਨ ਨੂੰ ਕੀਲ ਕੇ ਪਟਾਰੀ ਵਿੱਚ ਪਾ ਲਵਾਂਗਾ। ਅੱਛਾ ਜੀ। ਮੁਸਕਰਾਹਟ ਮੇਰੇ ਬੁੱਲ੍ਹਾਂ 'ਤੇ ਆ ਜਾਂਦੀ ਹੈ। ਫਿਰ ਆਖਦੀ ਹਾਂ, ਇੱਕ ਵਾਰ ਫਿਰ ਸੋਚ ਲਵੋ। ਸੋਚਣ ਵਾਲੀ ਕਿਹੜੀ ਗੱਲ ਹੈ? ਮੇਰੇ ਵੱਲੋਂ ਤਾਂ ਚਾਹੇ ਆਪਾਂ ਅੱਜ ਹੀ। ਮੈਂ HIV ਪੋਜ਼ੀਟਿਵ ਹਾਂ। ਇਹ ਕਹਿ ਕੇ ਟੈਸਟ ਰਿਪੋਰਟ ਸਾਹਮਣੇ ਰੱਖ ਦਿੰਦੀ ਹਾਂ। ਟੈਸਟ ਰਿਪੋਰਟ ਦੇਖ ਕੇ ਜਿਵੇਂ ਉਸਨੂੰ ਬਿਜਲੀ ਦਾ ਕਰੰਟ ਲੱਗ ਗਿਆ ਹੋਵੇ। ਉਹ ਆਖਦਾ ਹੈ, ਸੁੱਖੀ, ਮੈਂ ਕਾਊਂਟਰ 'ਤੇ ਕੁਝ ਖਾਣ ਪੀਣ ਲਈ ਕਹਿ ਆਵਾਂ? ਫਿਰ ਉਹ ਮੁੜ ਕੇ ਨਹੀਂ ਆਉਂਦਾ। ਧੰਨਵਾਦ ਜੀ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।